ਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਯੁੱਗਾਂ ਤੋਂ ਪਹਿਲਾਂ ਵੀ ਸੱਚ ਸੀ, ਯੁੱਗਾਂ ਦੇ ਸ਼ੁਰੂ ਵਿੱਚ ਵੀ ਸੱਚ ਸੀ, ਹੁਣ ਵੀ ਸੱਚ ਹੈ, ਅੱਗੇ ਨੂੰ ਵੀ ਸੱਚ ਹੋਵੇਗਾ। ਇਸ ਤਰ੍ਹਾਂ ਆਪਣੇ ਮਨ ਦੇ ਅੰਦਰ ਵਿਚਾਰ ਕਰਦੇ ਹੋਏ ਮੂੰਹ ਨਾਲ ਤਾਂ ਪੜ੍ਹੀ ਜਾਣਾ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ ਹੌਲੀ ਤਾਂ ਪੜਿਆ, ਬਾਹਰੋਂ ਪੜ੍ਹੀ ਜਾਣਾ, ਇਹਦੇ ਅੰਦਰੋਂ ਵਿਚਾਰ ਕਰੀ ਜਾਣੀ ਹੈ। ਇੱਕ ਓੰਕਾਰ ਦਾ ਅਰਥ ਹੈ ਸੱਚਾ ਨਾਮ ਹੈ, ਕਰਤਾ ਪੁਰਖ ਕਰਨ ਵਾਲਾ ਹੈ, ਪੁਰਖ ਪੂਰਨ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਕਾਲ ਤੋਂ ਰਹਿਤ ਹੈ, ਜੂਨਾਂ ਵਿੱਚ ਨਹੀਂ ਆਉਂਦਾ, ਸੋ ਤੇ ਪ੍ਰਕਾਸ਼ ਹੈ, ਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਯੁੱਗਾਂ ਤੋਂ ਪਹਿਲਾਂ ਵੀ ਸੱਚ ਸੀ, ਯੁੱਗਾਂ ਦੇ ਸ਼ੁਰੂ ਵਿੱਚ ਵੀ ਸੱਚ ਸੀ, ਹੁਣ ਵੀ ਸੱਚ, ਅੱਗੇ ਵੀ ਸੱਚ ਹੋਵੇਗਾ। ਇਹ ਅਰਥ ਅੰਦਰ ਚੱਲਦੇ ਨੇ, ਮੂੰਹ ਨਾਲ ਮੂਲ ਮੰਤਰ ਪੜ੍ਹਦੇ ਆ। ਇਸ ਤਰ੍ਹਾਂ ਲੱਗਦੀ ਹੈ ਲਿਵ, ਇਹਨੂੰ ਕਹਿੰਦੇ ਲਿਵ ਲਾਉਣੀ ਵਾਹਿਗੁਰੂ ਵਿੱਚ। ਇਹ ਸਮਾਧ ਸਗੋਨੀ ਵੱਜਦੀ ਹੈ। ਸਹਿਤ ਗੁਣਾਂ ਦੇ ਸਮਾਧੀ ਲਾਉਣੀ ਕਿ ਉਹਦੇ ਗੁਣਾਂ ਨੂੰ ਯਾਦ ਕਰੀ ਜਾਣਾ, ਕਰਦਿਆਂ ਕਰਦਿਆਂ ਉਹਦੇ ਵਿੱਚ ਹੀ ਲੀਨ ਹੋ ਜਾਣਾ। ਇਹਦੇ ਨਾਲ ਅਸਥਿਰ ਚੀਤ ਚਿੱਤ ਇੱਕ ਰਸ ਇਕਾਗਰ ਹੋ ਜਾਂਦਾ ਹੈ, ਮਨ ਟਿਕ ਜਾਂਦਾ ਉੱਥੇ। ਇਹ ਤਾਂ ਆਪਣੇ ਕੋਲ ਸਮਾਂ ਨਹੀਂ ਹੈ, ਨਹੀਂ ਤੇ ਜਪਜੀ ਸਾਹਿਬ ਦੇ ਸਾਰੇ ਅਰਥਾਂ ਸਮੇਤ ਜਪਜੀ ਸਾਹਿਬ ਰੋਜ਼ ਪੜ੍ਹਿਆ ਜਾ ਸਕਦਾ ਹੈ। ਫਿਰ ਇਹ ਤਾਂ ਹੈ ਨਹੀਂ ਕਿ ਜਪਜੀ ਸਾਹਿਬ ਕੋਈ ਅੱਜ ਹੋਰ ਹੈ, ਕੱਲ ਨੂੰ ਹੋਰ ਜਪਜੀ ਸਾਹਿਬ ਪੜ੍ਹਨਾ, ਜਾਂ ਪਰਸੋਂ ਨੂੰ ਹੋਰ ਜਪਜੀ ਸਾਹਿਬ ਹੈ। ਜਪਜੀ ਸਾਹਿਬ ਤਾਂ ਇੱਕੋ ਹੀ ਹੈ। ਉਹਦੇ ਅਰਥ ਜੇ ਤੁਸੀਂ ਇੱਕ ਵਾਰ ਚੰਗੀ ਤਰ੍ਹਾਂ ਹੌਲੀ ਹੌਲੀ ਦਿਮਾਗ 'ਚ ਬਿਠਾ ਲਓ ਤਾਂ ਰੋਜ਼ ਜਪਜੀ ਸਾਹਿਬ ਦਾ ਅਰਥਾਂ ਸਮੇਤ ਆਨੰਦ ਮਾਣੋ, ਤਾਂ ਫਿਰ ਅਸਥਿਰ ਚੀਤ, ਤਾਂ ਮਨ ਇੱਕ ਜਗ੍ਹਾ ਟਿਕ ਜਾਂਦਾ ਹੈ। ਜਪਜੀ ਸਾਹਿਬ ਅਰਥਾਂ ਸਮੇਤ ਪੜ੍ਹਨਾ, ਉਹ ਵੀ ਸਿਰਫ ਸਾਦੇ ਅਰਥਾਂ ਵਿੱਚ। ਇੱਕ ਇੱਕ ਪੰਕਤੀ ਦਾ ਆਪਾਂ ਨੂੰ ਅਰਥ ਪਤਾ ਹੋਣਾ ਚਾਹੀਦਾ। ਇੰਨਾ ਕੁ ਔਖਾ ਹੁੰਦਾ ਕਿਤੇ, ਕੋਈ ਔਖਾ ਨਹੀਂ ਹੈ। ਜਦੋਂ ਆਪਾਂ ਸਿੱਧੇ ਅਰਥ ਪੜ੍ਹਨ ਲੱਗ ਪਈਏ ਜਪਜੀ ਸਾਹਿਬ ਦੇ, ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ। ਪਹਿਲਾਂ ਤਾਂ ਆਮ ਤੌਰ ਤੇ ਮੈਂ ਇੱਕ ਉਦਾਹਰਣ ਹੀ ਦਿੰਦਾ, ਪਹਿਲਾਂ ਤਾਂ ਆਮ ਤੌਰ ਤੇ ਇੰਗਲਿਸ਼ ਨੂੰ ਸਿੱਖਿਆ ਹੀ ਜਾਂਦਾ ਹੈ, ਫਿਰ ਉਹਨੂੰ ਬੰਦਾ ਬੋਲਦਾ ਹੈ, ਫਿਰ ਉਹਨੂੰ ਬੋਲੀ ਵਿੱਚ ਬਦਲ ਦਿੰਦਾ, ਫਿਰ ਉਹ ਅਰਥਾਂ ਨੂੰ ਸਮਝਦਾ ਉਹਦਿਆਂ ਨੂੰ। ਨਹੀਂ ਤਾਂ ਆਮ ਤੌਰ ਤੇ ਆਪਾਂ ਕਹਿੰਦੇ ਮੈਂ ਉਹ ਸੁਣ ਤਾਂ ਲਈ ਵੀ ਇਹ ਇੰਗਲਿਸ਼ ਹੈ, ਪਰ ਮੈਨੂੰ ਸਮਝ ਨਹੀਂ ਲੱਗੀ ਇਹਦੀ। ਇਸੇ ਤਰ੍ਹਾਂ ਹੀ ਇੱਕ ਬੋਲੀ ਵਿੱਚ ਪ੍ਰਵੇਸ਼ ਹੋਣਾ ਪੈਂਦਾ, ਫਿਰ ਪਟਰ ਪਟਰ ਕਰਕੇ ਬੋਲਦਾ ਇਨਸਾਨ, ਬੜੀ ਛੇਤੀ ਬੋਲਦਾ। ਆਪਾਂ ਕਹਿੰਦੇ ਪਤਾ ਨਹੀਂ ਕਿੰਨੀ ਛੇਤੀ ਬੋਲਦਾ, ਇਹ ਸਮਝ ਲੱਗ ਜਾਂਦੀ ਸਾਰੀ। ਹਰ ਬੋਲੀ ਵਿੱਚ ਗੁਰਬਾਣੀ ਅੰਦਰ ਵੀ ਪ੍ਰਵੇਸ਼ ਹੋਣਾ ਪੈਂਦਾ ਹੈ। ਗੁਰਬਾਣੀ ਅੰਦਰ ਇਉਂ ਪ੍ਰਵੇਸ਼ ਹੋ ਜਾਓ ਕਿ ਅਰਥ ਦੀ ਬਹੁਤੀ ਵਿਚਾਰ ਦੀ ਲੋੜ ਨਾ ਪਵੇ, ਸੁਤੇ ਸਿੱਧੀ ਉਹ ਆਪਣੇ ਮੂਹਰੇ ਆ ਜਾ ਕੇ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਜਿੰਨੀ ਮਰਜ਼ੀ ਸੁੱਚਮ ਰੱਖ ਲਓ, ਜਿੰਨਾ ਮਰਜ਼ੀ ਸੋਚੀ ਜਾਓ, ਕੁਛ ਨਹੀਂ ਬਣਦਾ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਜਿੰਨੇ ਮਰਜ਼ੀ ਭੁੱਖੇ ਰਹਿ ਲਓ, ਮਨ ਦੀ ਭੁੱਖ ਨਹੀਂ ਉਤਰਦੀ। ਚੁੱਪ ਰਹਿਣ ਨਾਲ ਮਨ ਚੁੱਪ ਨਹੀਂ ਹੁੰਦਾ। ਇਸ ਤਰ੍ਹਾਂ ਮਨ ਦੇ ਅੰਦਰ ਜਦੋਂ ਵਿਚਾਰ ਘੁੰਮਣ ਲੱਗ ਜਾਂਦੀ, ਜਪਜੀ ਸਾਹਿਬ ਮੂੰਹ ਨਾਲ ਤੇ ਵਿਚਾਰ ਅੰਦਰ, 1 ਘੰਟੇ ਦੇ ਲਗਭਗ ਲੱਗ ਜਾਂਦਾ ਇਹਨੂੰ ਜਪਜੀ ਸਾਹਿਬ ਦਾ ਪਾਠ ਕਰਦੇ ਵਿਚਾਰ ਨਾਲ। ਕਿਉਂ ਤੁਸੀਂ ਰੋਜ਼ ਕਹਿੰਦੇ ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ, ਇਹ ਤਾਂ ਮਨ ਤਾਂ ਫਿਰ ਐਵੇਂ ਟਿਕਾਉਣਾ ਪੈਣਾ। ਮਨ ਕੋਈ ਗੱਲਾਂ ਨਾਲ ਨਹੀਂ ਟਿਕਣਾ, ਨਾ ਕੋਈ ਜਾਦੂ ਦੀ ਪੂੜੀ ਹੈ ਇੱਥੇ। ਮਨ ਤਾਂ ਬਾਣੀ ਦੇ ਸੁਣਨ ਦੇ ਨਾਲ ਨਾਲ ਅਰਥਾਂ ਦੀ ਵਿਚਾਰ ਵਿੱਚ ਮਨ ਟਿਕਦਾ, ਕਿਉਂਕਿ ਮਨ ਗਿਆਨੀ ਹੈ ਆਪਣਾ। ਮਨ ਇੰਨਾ ਵੱਡਾ ਵਿਦਵਾਨ ਹੈ ਕਿ ਇਹਨੂੰ ਵਿਦਵਾਨੀ ਵਿੱਚ ਫਸਾ ਲਓ, ਕਿਤੇ ਗਿਆਨ ਪੁਣੇ ਵਿੱਚ ਲੈ ਆਓ, ਕਿਉਂਕਿ ਮਨ ਬਿਨਾਂ ਗਿਆਨ ਤੋਂ ਟਿਕਦਾ ਹੀ ਨਹੀਂ। ਗਿਆਨ ਕਾ ਬੱਧਾ ਮਨ ਹੈ, ਗੁਰ ਬਿਨ ਗਿਆਨ ਨਾ ਹੋਏ। ਤਾਂ ਆਪਾਂ ਗਿਆਨ ਦੀਆਂ ਗੱਲਾਂ ਕਰਦੇ, ਜਦੋਂ ਬਾਣੀ ਪੜ੍ਹਦੇ ਹਾਂ ਮਨ ਅਗਿਆਨਤਾ ਵਿੱਚ ਹੁੰਦਾ ਹੈ। ਮਨ ਨੂੰ ਆਪਾਂ ਕਿਤੇ ਹੋਰ ਘੁਮਾਉਂਦੇ ਰਹਿੰਦੇ ਆ ਤੇ ਬਾਣੀ ਮੂੰਹ ਨਾਲ ਪੜ੍ਹਦੇ ਰਹਿੰਦੇ ਆ। ਇਸੇ ਕਰਕੇ ਮਨ ਨਹੀਂ ਟਿਕਦਾ। ਮੂੰਹ ਨਾਲ ਬਾਣੀ ਪੜ੍ਹੋ, ਮਨ ਨਾਲ ਅਰਥ ਵਿਚਾਰੋ, ਤਾਂ ਮਹਾਰਾਜ ਕਹਿੰਦੇ ਫਿਰ ਇੱਕ ਜਗ੍ਹਾ ਮਨ ਟਿਕ ਜਾਂਦਾ ਹੈ। ਹਰ ਨਾਮ ਚੇਤ ਫਿਰ ਪਵਹਿ ਨਾ ਜੂਨੀ, ਕਹਿੰਦੇ ਵਾਹਿਗੁਰੂ 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 ਚੇਤ ਯਾਦ ਕਰ, ਫਿਰ ਜੂਨਾਂ ਵਿੱਚ ਨਹੀਂ ਪਏਗਾ। ਗੁਰਮਤਿ ਸਾਰ ਹੋਰ ਨਾਮ ਬਿਹੂਨੀ, ਸਾਰਿਆਂ ਨਾਲੋਂ ਸਾਰ ਸ੍ਰੇਸ਼ਟ ਤਾਂ ਗੁਰਮਤਿ ਹੈ। ਜੇ ਤੁਸੀਂ ਕਹੋ ਦੁਨੀਆ ਅੰਦਰ ਕੋਈ ਹੋਰ ਚੰਗਾ ਹੈ, ਕਿਉਂਕਿ ਹਰੇਕ ਬੰਦੇ ਦੀ ਇਹ ਠੀਕ ਹੈ ਕਿ ਆਪੋ ਆਪਣੇ ਧਰਮ ਵਿੱਚ ਬਹੁਤ ਸ਼ਰਧਾ ਹੁੰਦੀ ਹੈ।
ਚਾਹੇ ਉਹ ਨਕਲੀ ਗੁਰੂ ਕੋਲ ਕਿਉਂ ਨਾ ਜਾਣ, ਉਹ ਨਕਲੀ ਗੁਰੂ ਨੂੰ ਵੀ ਕਹਿੰਦੇ ਇਹ ਤਾਂ ਆਪ ਰੱਬ ਹੈ। ਸ਼ਰਧਾਲੂ ਵੱਲੋਂ ਕੋਈ ਕਮੀ ਨਹੀਂ ਹੁੰਦੀ, ਸ਼ਰਧਾ ਵਿੱਚ ਕਮੀ ਹੁੰਦੀ ਉੱਪਰਲੇ ਵਿੱਚ, ਜਿਹੜਾ ਰੱਬ ਬਣ ਕੇ ਬੈਠਾ ਜਾਣ ਕੇ। ਵਾਸਤਵ ਦੇ ਵਿੱਚ ਤੇ ਹਰ ਬੰਦੇ ਦੀ ਸ਼ਰਧਾ ਪ੍ਰਮਾਤਮਾ ਵਿੱਚ ਹੀ ਹੈ, ਪਰ ਉਹਦੀ ਸ਼ਰਧਾ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਲੋਕ ਗੁਰੂ ਬਣ ਕੇ। ਥਾਂ ਥਾਂ ਦੇ ਉੱਤੇ ਧਰਮ ਨੇ, ਸਾਰੇ ਧਰਮ ਨੇ, ਪਰ ਸਤਿਗੁਰੂ ਨੇ ਇੱਕ ਬਚਨ ਕਰਤਾ, ਗੁਰਮਤਿ ਸਾਰ। ਸਾਰਿਆਂ ਨਾਲੋਂ ਸ੍ਰੇਸ਼ਟ ਗੁਰਮਤਿ ਹੈ, ਬਾਕੀ ਸਾਰੀਆਂ ਚੀਜ਼ਾਂ ਇਹਦੋਂ ਥੱਲੇ ਨੇ। ਇਹ ਗੱਲ ਨੂੰ ਬਾਕੀ ਤਾਂ ਮੰਨ ਗਏ, ਦੇਵਤੇ ਤਾਂ ਮੰਨ ਗਏ ਆ, ਉਹ ਤਾਂ ਉਦੋਂ ਦੇ ਹੀ ਮੰਨਦੇ ਕਰਨ ਜਦ ਗੁਰੂ ਨਾਨਕ ਦੇਵ ਜੀ ਪ੍ਰਗਟ ਹੋ ਗਏ। ਦੁਨੀਆ ਨਹੀਂ ਮੰਨਦੀ, ਹੋਰ ਨਾਮ ਵੀ ਹੁੰਨੀ, ਬਾਕੀ ਦੀ ਸ੍ਰਿਸ਼ਟੀ ਸਾਰੀ ਨਾਮ ਤੋਂ ਬਿਨਾਂ ਹੀ ਤੁਰੀ ਫਿਰਦੀ ਆ। ਲੋਕੀ ਨਾਮ ਜਪ ਕੇ ਖੁਸ਼ੀ ਨਹੀਂ ਹੁੰਦੇ। ਇਸ ਕਰਕੇ ਜਿਵੇਂ ਮਹਾਰਾਜ ਨੇ ਬਚਨ ਕੀਤਾ, ਭਗਤ ਨਾਰਦੀ ਹਿਰਦੈ ਨਾ ਆਈ। ਨਾਰਦ ਮੁਨੀ ਨੇ ਦੋ ਤਰ੍ਹਾਂ ਦੀ ਭਗਤੀ ਵਿੱਚ ਕਿਹਾ ਸੀ, ਇੱਕ ਤਾਂ ਠਾਕੁਰ ਪੂਜਾ, ਟੱਲੀ ਖੜਕਾਉਣੀ, ਚੰਦਨ ਲਾਉਣਾ, ਮੂਰਤੀ ਦਾ ਇਸ਼ਨਾਨ, ਫੁੱਲਾਂ ਦੀ ਮਾਲਾ ਪਾਉਣੀ। ਇੱਕ ਉਹਨਾਂ ਨੇ ਕਿਹਾ ਸੀ ਰਾਮ 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 ਜਪਣਾ, ਘੰਟਾ 2 ਘੰਟੇ 4 ਘੰਟੇ ਜਿੰਨਾ। ਸੋ ਮਹਾਰਾਜ ਨੇ ਬਾਣੀ ਅੰਦਰ ਇਹ ਪੰਕਤੀ ਲਿਖੀ ਕਿ ਭਗਤ ਨਾਰਦੀ ਹਿਰਦੈ ਨਾ ਆਈ। ਜਿਹੜੀ ਨਾਰਦ ਮੁਨੀ ਨੇ ਰਾਮ ਦੀ ਭਗਤੀ ਕਹੀ ਸੀ ਉਹ ਤਾਂ ਕਿਸੇ ਨੇ ਕੀਤੀ ਹੋਈ ਨਹੀਂ, ਤੇ ਟੱਲੀ ਖੜਕਾਉਣੀ ਸੌਖੀ ਹੈ, ਚੰਦਨ ਛਿੜਕਣਾ ਸੌਖਾ ਹੈ, ਫੁੱਲਾਂ ਦੀ ਮਾਲਾ ਚੜਾਉਣੀ ਸੌਖੀ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਨੂੰ ਕਿਹਨੇ ਉਪਦੇਸ਼ਿਆ? ਧਰੂ ਨੂੰ ਨਾਮ ਇਹਨਾਂ ਨੇ ਜਾ ਕੇ ਨਾਰਦ ਮੁਨੀ ਜੀ ਨੇ ਕਿਹਾ ਸੀ ਕਿ ਧਰੂ ਨੂੰ ਕਿ ਰਾਮ ਰਾਮ ਜਪ, ਫਿਰ ਤੈਨੂੰ ਸਾਰਾ ਰਾਜ ਮਿਲ ਜਾਏਗਾ। ਸਿਰਫ 3 ਜਾਂ 6 ਮਹੀਨੇ 'ਚ ਸਾਰਾ ਕੁਝ ਹੀ ਪ੍ਰਾਪਤ ਕਰ ਲਿਆ ਉਹਨਾਂ ਨੇ। ਪ੍ਰਹਿਲਾਦ ਜੀ ਨੇ ਵੀ ਰਾਮ ਜਪ ਕੇ ਪ੍ਰਾਪਤ ਕਰ ਲਿਆ। ਅੱਜ ਦੀ ਦੁਨੀਆ ਵਿੱਚ ਕੋਈ ਬੰਦਾ ਹੈ, ਕਿਸੇ ਵੀ ਧਰਮ ਵਿੱਚ ਹੈ, ਹਰੇਕ ਬੰਦਾ ਪ੍ਰਮਾਤਮਾ ਦੇ ਨਾਮ ਤੋਂ ਡਰਦਾ ਹੈ। ਪ੍ਰਮਾਤਮਾ ਦਾ ਨਾਮ ਕੋਈ ਨਹੀਂ ਜਪਣਾ ਚਾਹੁੰਦਾ, ਨਾ ਕੋਈ ਇਸ਼ਨਾਨ ਕਰਨਾ ਚਾਹੁੰਦਾ ਹੈ। ਇਸ ਕਰਕੇ ਸਾਰੀ ਦੁਨੀਆ ਜਿੱਥੇ ਕੋਈ ਸੌਖਾ ਜਿਹਾ ਗੁਰੂ ਮਿਲ ਜੇ, ਲੋਕੀ ਉੱਥੇ ਜਾਂਦੇ। ਜਿੱਥੇ ਕੋਈ ਇਹ ਕਹੇ ਵੀ ਤੁਹਾਨੂੰ ਕੁਝ ਨਹੀਂ ਕਰਨ ਦੀ ਲੋੜ, ਸਿਰਫ ਬਿਸਤਰੇ 'ਚ ਪਏ ਰਹੋ ਮੌਜ ਨਾਲ, ਤੁਹਾਨੂੰ ਮੈਂ ਐਂ ਹੀ ਤਾਰ ਦੂੰ, ਵੱਡਾ ਸਾਰਾ ਟਰੱਕ ਲਿਆ ਕੇ ਤੁਹਾਨੂੰ ਮੈਂ ਮੰਜੇ ਸਣੇ ਹੀ ਲੈ ਜਾਊਂ, ਫੇਰ ਤਾਂ ਭਾਵੇਂ ਲੋਕੀ ਉਧਰ ਨੂੰ ਜਾਣ। ਨਹਾਉਣ ਦੀ ਲੋੜ ਨਹੀਂ, ਨਾ ਨਹਾਈ ਨਾ, ਜਿਹੜੀ ਤੈਨੂੰ ਤੇਈ ਚੀਜ਼ ਚੰਗੀ ਲੱਗ ਤੂੰ ਨਾ ਕਰ। ਉਹ ਕਹਿੰਦੇ ਇਹ ਮਿਲਿਆ ਅਸਲੀ ਗੁਰੂ, ਇਹ ਮੈਨੂੰ ਤਾਰੂਗਾ, ਮੰਜੇ ਤੇ ਪਏ ਇਹਨੂੰ ਰਜਾਈ ਸਣੇ ਹੀ ਲੈ ਜੂ ਸੱਚਖੰਡ ਨੂੰ। ਉਹ ਗੁਰੂ ਵੀ ਬੜੇ ਉਸਤਾਦ ਨੇ, ਉਹ ਵੀ ਲੋਕਾਂ ਨੂੰ ਐਸੇ ਚੱਕਰ 'ਚ ਪਾ ਲੈਂਦੇ ਨੇ, ਨਹਾਉਣ ਦੀ ਲੋੜ ਨਹੀਂ, ਆਹ ਨਹੀਂ ਕਰਨ ਦੀ ਲੋੜ, ਆਹ ਨਹੀਂ, ਤੂੰ ਕੁਛ ਨਾ ਕਰ ਚੇਲਿਆ, ਕੁਛ ਨਾ ਕਰ, ਜੋ ਮਰਜ਼ੀ ਖਾ ਪੀ, ਪਰ 100 ਰੁਪਈਆ ਮਹੀਨਾ ਮੈਨੂੰ ਦੇਈ ਜਾ, ਮੈਂ ਤੈਨੂੰ ਤਾਰ ਦੂੰਗਾ। ਜਦ ਵੀ ਆਵੇਂ 100 200 500 ਲਿਆਇਆ ਕਰ, ਮੈਂ ਤੈਨੂੰ ਤਾਰ ਦੂੰਗਾ। ਦੋਨੋਂ ਜਾਣੇ ਤਰਨਗੇ ਵੀ, ਔਰ ਕਰੋੜਾਂ ਦੀ ਗਿਣਤੀ ਵਿੱਚ ਉਹ ਗੁਰੂ ਲੈ ਕੇ ਜਾਏਗਾ ਧਰਮਰਾਜੇ ਦੀ ਕਚਹਿਰੀ 'ਚ, ਉੱਥੇ ਖੜਾ ਕਰ ਦੇਣਾ। ਇਹਦੇ ਉਦੋਂ ਹੀ ਪਤਾ ਲੱਗਣਾ ਕਿ ਦੁਬਈ ਦੇ ਬਹਾਨੇ ਚੜਾਤੇ ਮੁੰਡੇ ਉੱਥੋਂ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਨੂੰ। ਉਹ ਹਵਾਈ ਅੱਡੇ ਤੇ ਉਤਰ ਕੇ ਕਹਿੰਦੇ ਬਈ ਦੁਬਈ ਵੀ ਅੰਮ੍ਰਿਤਸਰ ਵਰਗਾ। ਉਹ ਹੋਟਲ ਵਾਲਾ ਕਹਿੰਦਾ ਹੈ ਹੀ ਅੰਮ੍ਰਿਤਸਰ ਇਹ ਤਾਂ। ਕਹਿੰਦਾ ਕਿੱਦਾਂ? ਕਹਿੰਦਾ ਦੇਖ ਲਿਆ ਰਾਜਾ ਸਾਂਸੀ ਹਵਾਈ ਅੱਡਾ ਲਿਖਿਆ ਨਾ ਅੰਮ੍ਰਿਤਸਰ। ਕਹਿੰਦਾ ਹਾਂ ਵੀ ਸੰਤ ਕਹਿੰਦਾ ਉਹਨੇ ਦੁਬਈ ਕਿਹਾ ਸੀ। ਕਹਿੰਦਾ ਇਹੀ ਹੁੰਦਾ। ਇਸੇ ਪ੍ਰਕਾਰ ਹੀ ਲੈ ਕੇ 2-2 ਲੱਖ ਗੁਰੂ ਤੁਹਾਨੂੰ ਸਿੱਧੇ ਲਿਜਾ ਕੇ ਨਰਕਾਂ ਦੇ ਵਿੱਚ ਉਤਾਰਨਗੇ ਨਾ ਇਹਨਾਂ ਨੂੰ ਜਹਾਜ਼। ਉਹ ਕਹਿਣਗੇ ਅਸੀਂ ਸੱਚਖੰਡ 'ਚ ਆ ਗਏ। ਅੱਛਾ ਬੜਾ ਸੋਹਣਾ ਸੱਚਖੰਡ। ਜਦੋਂ ਚੰਗੇ ਉੱਥੇ ਤੇਲ ਦੇ ਕੜਾਹਾਂ 'ਚ ਤਲੇ ਜਾਣਗੇ ਕਹਿਣਗੇ ਇਹ ਸੱਚਖੰਡ ਤਾਂ ਬੜਾ ਭੈੜਾ। ਉਹ ਸੱਚਖੰਡ ਉਹ ਹੈ ਤੇ ਇੱਧਰਲਾ ਆਪਣੇ ਕੋਲੇ ਆ। ਇਸ ਕਰਕੇ ਸਮਝਾਓ, ਗੁਰੂ ਨਾਨਕ ਦੇਵ ਜੀ ਨੇ ਜਿੰਨਾ ਉਪਦੇਸ਼ ਕੀਤਾ ਇੱਕ ਬਚਨ ਵਿੱਚ ਸਾਰਾ ਕੁਝ ਆ ਗਿਆ। ਕਹਿੰਦੇ ਗੁਰਮਤਿ ਸਾਰ ਹੋਰ ਨਾਮ ਬਿਹੂਨੀ। ਗੁਰਮਤਿ ਸਾਰਿਆਂ ਤੋਂ ਉੱਤੇ ਹੈ, ਬਾਕੀ ਸਾਰੇ ਨਾਮ ਤੋਂ ਖਾਲੀ ਨੇ। ਸਿਰਫ ਗੁਰਮਤਿ ਵਿੱਚ ਹੀ ਕਿਹਾ ਜਾਂਦਾ ਜਪੋ ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ 20 ਪੌੜੀਆਂ ਤੱਕ ਸ਼ਰਵਣ ਕੀਤਾ ਹੈ ਦੱਖਣੀ ਓਂਕਾਰ ਬਾਣੀ ਨੂੰ 932 ਅੰਗ ਤੇ। 21ਵੀਂ ਪੌੜੀ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਫਰਮਾਉਂਦੇ ਨੇ ਪੰਡਤ ਨੂੰ ਉਪਦੇਸ਼ ਕਰਦਿਆਂ ਹੋਇਆਂ
सानू कहंदे ने। घर दर फिर थाकी बहुतेरे। बड़े जन्मां दे विच मैं बहुत सारे घर ते दर दरवाजे फिर फिर के, जूनां दे विच फिर फिर के, शरीरां रूपी घर लै के, कई जन्म भये कीट पतंगा, कई जन्म गज मीन कुरंगा, कई जन्म पंखी सर्प होयो, कई जन्म है वर बृख जोयो। कई जन्मां दे विच कई दरवाजियां च घुम्मिया, थां थां दे उत्ते भटके है। जात असंख अंत नहीं मेरे। असंख अणगिणत ही जातां विच घुम्मिया, अणगिणती मेरे जात जन्म होए ने, अंत नहीं मेरे जन्मां दा। अज तक मेरे किन्ने जन्म होए ने, बार 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 जमना मरना। कीते मात पिता सुत धीया। अज तक किन्नी बार तां मातावां बणियां बहुत सारियां, किन्नी बार मैं माता बनिया आप। जीव नूं कहंदे ने कि ये नहीं कि हर जन्म तैनूं मर्द दा ही मिलदा, इस्त्री दा जामा भी मिल जांदा। कदे कदे तूं किसे दी माता बनिया, कदे वो तेरी माता बनिया। बहुत सारियां मातावां, पिता, पुत्र, धीआं, इहे जे कई जन्म हो गए, कई जातां विच हो गए, कई कुछ हो गया अपने नाल। केते गुर चेले फुन हुआ। किन्नी वारी गुरु बनिया, किन्नी वारी मैं चेला बनिया, किन्नी वारी कई गुरुआं दा चेला बनिया, बार बार मरण तो बाद। कदे वो मेरा गुरु बन जाना, कदे वो चेला। नकली चेले नकली गुरु दुनिया दे अंदर। पर सतगुरु कहने काचे गुर ते मुक्त ना हुआ, क्योंकि गुरु जिहड़ा धारण कीता सी वो कच्चा सी। कच्चे गुरु नूं धारण करके जीव मुक्त नहीं हुंदा। सो जिवें छोटा जिहा सप सी एक, ਉਹਨੇ ਮੂੰਹ 'ਚ ਡੱਡੂ ਪਾ ਲਿਆ ਵੱਡਾ ਸਾਰਾ। ਨਾਸਿਕ ਦੇ ਨੇੜੇ ਮਹਾਂਪੁਰਸ਼ਾਂ ਦਾ ਇੱਕ ਸਥਾਨ ਹੈ, ਸ਼ੰਕਰਾਚਾਰੀਆਂ ਨੇ ਉਹਨਾਂ ਦੀ ਇਹ ਜੀਵਨ 'ਚ ਲਿਖਿਆ ਸੀ। ਕਹਿੰਦੇ ਉਹ ਤੁਰਿਆ ਜਾਈਏ ਤਾਂ ਡੱਡੂ ਚੀਕਾਂ ਮਾਰੇ। ਕਹਿੰਦੇ ਅਸੀਂ ਨੇੜੇ ਹੋ ਕੇ ਦੇਖਿਆ ਛੋਟੇ ਜਿਹੇ ਸੱਪ ਨੇ ਡੱਡੂ ਵੱਡਾ ਸਾਰਾ ਮੂੰਹ 'ਚ ਪਾਇਆ। ਕਹਿੰਦੇ 2 ਘੰਟੇ ਬਾਅਦ ਮੁੜ ਕੇ ਆਏ, ਫੇਰ ਉਹੀ ਹਾਲ ਹੈ। ਸ਼ੰਕਰਾਚਾਰੀਆ ਜੀ ਕਹਿਣ ਲੱਗੇ, ਕਹਿੰਦੇ ਦੇਖੋ ਚੇਲਿਆਂ ਨੂੰ, ਕਹਿੰਦੇ ਇਹ ਕੱਚੇ ਗੁਰੂ ਵਾਲੀ ਗੱਲ ਹੋ ਗਈ। ਕਹਿੰਦੇ ਕੱਚੇ ਗੁਰੂ ਨੂੰ ਚੇਲੇ ਬਣਾਉਣ ਦਾ ਤਾਂ ਬਹੁਤ ਸ਼ੌਂਕ ਹੁੰਦਾ, ਪਰ ਤਾਰ ਨਹੀਂ ਸਕਦਾ ਹੁੰਦਾ। ਕਹਿੰਦੇ ਜਿਵੇਂ ਆ ਸੱਪ ਨੇ ਮੂੰਹ 'ਚ ਡੱਡੂ ਤਾਂ ਪਾ ਲਿਆ, ਲੰਘਾਉਣ ਦੀ ਸਮਰੱਥਾ ਨਹੀਂ, ਨਾ ਤਾਂ ਉਹਨੂੰ ਛੱਡਦਾ ਨਾ ਲੰਘਾਉਂਦਾ। ਕੱਚੇ ਗੁਰੂ ਇਉਂ, ਚੇਲੇ ਤਾਂ ਬਣਨ ਨੂੰ ਕੀ ਆ, 50 ਲੱਖ ਕਰੋੜ 2 ਕਰੋੜ 10 ਕਰੋੜ ਚੇਲਾ ਬਣਾ ਲਓ, ਤਾਰਨਾ ਕਿਹਨੇ ਹੈ? ਖੁਦ ਹੀ ਨਹੀਂ ਤਰਿਆ ਹੋਇਆ। ਇਸ ਕਰਕੇ ਮਹਾਰਾਜ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੁਆ। ਕੱਚੇ ਗੁਰੂ ਤੋਂ ਕਦੇ ਜੀਵ ਮੁਕਤ ਨਹੀਂ ਹੁੰਦਾ, ਸੱਚੇ ਗੁਰੂ ਤੋਂ ਹੀ ਜੀਵ ਮੁਕਤ ਹੁੰਦਾ। ਤਾਈਓਂ ਗੁਰ ਪੂਰਾ ਲਿਖਿਆ ਹੈ, ਗੁਰ ਪੂਰਾ ਕਿਰਪਾ ਧਾਰੀ। ਕੀਤੀ ਨਾਰ ਵਰ ਏਕ ਸੰਭਾਲ। ਰੱਬ ਦੀਆਂ ਕੀਤੀਆਂ ਜੀਵ ਰੂਪ ਇਸਤਰੀਆਂ ਨੇ ਜਿਹੜੀਆਂ ਇੱਕ ਵਾਹਿਗੁਰੂ ਨੂੰ ਯਾਦ ਕਰਦੀਆਂ ਤੇ ਵਾਹਿਗੁਰੂ ਉਹਨਾਂ ਨੂੰ ਸੰਭਾਲਦੇ ਨੇ। ਇਉਂ ਤਾਂ ਬਹੁਤ ਸਾਰੀਆਂ ਨੇ, ਪਰ ਇੱਕ ਉਹ ਨੇ ਜਿਹੜੇ ਬਿਲਕੁਲ ਮਰਨ ਜੀਵਨ ਉਹਦੇ ਨਾਲ ਹੀ ਰੱਖਦੇ ਨੇ ਆਪਣਾ। ਇੱਕ ਤਾਂ ਉਹ ਨੇ ਜਿਹੜੇ ਉਹ ਯਾਦ ਹੀ ਕਰਦੇ ਨੇ, ਪਰ ਮੌਕੇ ਤੇ ਕਈ ਵਾਰ ਖਿਸਕ ਵੀ ਜਾਂਦੇ ਨੇ, ਪਿੱਛੇ ਵੀ ਹਟ ਜਾਂਦੇ ਨੇ, ਦੁੱਖ ਤਕਲੀਫ ਆ ਗਈ। ਪਰ ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਕਹਿੰਦੇ ਬਸ ਜਿਹੜਾ ਗੁਰਮੁਖਾਂ ਦਾ ਮਰਨਾ ਜੀਵਨ ਆ ਉਹ ਵਾਹਿਗੁਰੂ ਦੇ ਨਾਲ ਹੀ ਹੁੰਦਾ। ਗੁਰਮੁਖ ਉਹਨੂੰ ਕਹਿੰਦੇ ਨੇ। 40 ਸਿੰਘ ਰਹੇ ਬਾਕੀ ਸ੍ਰੀ ਅਨੰਦਪੁਰ ਸਾਹਿਬ, ਬਾਕੀ ਸਾਰੇ ਜਵਾਬ ਦੇ ਗਏ, ਬੇਦਾਵੇ ਲਿਖ ਦਿੱਤੇ। ਇਸ ਕਰਕੇ ਇੰਨਾ ਕੁ ਤਾਂ ਸ਼ਾਮ ਦੀ ਕਥਾ 'ਚ ਸੰਗਤ ਆਉਂਦੀ ਹੈ। ਸੋ ਇੱਕ ਚੀਜ਼ ਦਾ ਸਾਰਿਆਂ ਦੇ ਮਨ ਦੇ ਅੰਦਰ ਸ਼ੰਕਾ ਹੈ। ਕਵੀ ਸੰਤੋਖ ਸਿੰਘ ਨੇ ਲਿਖਿਆ ਕਿ ਮਾਤਾ ਨੇ ਵੀ ਲਿਖ ਦਿੱਤਾ ਕਿ ਮੈਂ ਤੇਰੀ ਮਾਤਾ ਨਹੀਂ। ਇੱਕ ਮੌਕਾ ਆ ਜਾਂਦਾ। ਇਹ ਗੱਲ ਦੀ ਵਿਚਾਰ ਮੈਂ
ਗੁਰਮੁਖਾਂ ਨਾਲ ਕੀਤੀ ਜਿਹੜੇ ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਨੇ। ਕਿਉਂ ਮੈਨੂੰ ਤਾਂ ਪਤਾ ਕਿ ਉਹਨਾਂ ਨੇ ਸਿਰਫ ਅੱਖਾਂ ਬੰਦ ਕਰਕੇ ਹੀ ਸਾਰਾ ਕੁਝ ਦੇਖ ਲੈਣਾ ਹੁੰਦਾ। ਮੈਂ ਕਿਹਾ ਇਹ ਦੱਸੋ ਮੈਨੂੰ ਵੀ ਇਹ ਮਾਤਾ ਨੇ ਲਿਖਿਆ ਕਿ ਜਾਂ ਕਵੀ ਨੇ ਲਿਖ ਦਿੱਤਾ ਹੈ। ਮੈਂ ਫੋਨ ਤੇ ਗੱਲ ਕੀਤੀ ਉਹਨਾਂ ਨਾਲ। ਫਿਰ ਕਹਿੰਦੇ ਇਹ ਗੱਲ ਤਾਂ ਮੈਂ ਬਹੁਤ ਸਾਲ ਪਹਿਲਾਂ ਹੀ ਪੁੱਛ ਲਈ ਸੀ ਮਹਾਰਾਜ ਨੂੰ, ਔਰ ਇੱਕ ਗੱਲ ਪੁੱਛਣੀ ਸੀ ਘੋੜਿਆਂ ਦੀ। ਆਮ ਤੌਰ ਤੇ ਢਾਡੀ ਕਵੀ, ਦੂਜੇ ਤੀਜੇ ਕਵੀਸ਼ਰ ਸਾਰੇ ਕਹਿੰਦੇ ਘੋੜੇ ਵੱਢ ਕੇ ਖਾਦੇ ਸਿੰਘਾਂ ਨੇ ਉੱਥੇ। ਉਹ ਕਹਿੰਦੇ ਨਹੀਂ, ਖਾਦੇ ਨਹੀਂ ਹੈ, ਇਹ ਸਭ ਗੱਲਾਂ ਲੋਕਾਂ ਦੀਆਂ ਬਣਾਈਆਂ ਹੋਈਆਂ ਨੇ। ਸਿੰਘਾਂ ਨੇ ਤਾਂ ਸਿਰਫ ਦਰਖਤਾਂ ਦੀਆਂ ਛਿੱਲਾਂ ਜਾਂ ਪੱਤੇ ਹੀ ਖਾਦੇ ਸੀ। ਇੱਕ ਗੱਲ ਇਹ ਕਲੀਅਰ ਹੋਈ। ਦੂਸਰੀ, ਮਾਤਾ ਜੀ ਨੇ ਲਿਖਿਆ ਕਿ ਨਹੀਂ ਲਿਖਿਆ। ਉਹ ਕਹਿੰਦੇ ਤੁਸੀਂ ਆਪ ਹੀ ਕਥਾ ਕਰਦੇ ਹੋ, ਪਹਿਲਾਂ ਦੱਸੋ ਪਟਨਾ ਸਾਹਿਬ ਨੌਵੇਂ ਪਾਤਸ਼ਾਹ ਨੇ ਕੀ ਕਿਹਾ ਸੀ ਮਾਤਾ ਜੀ ਨੂੰ। ਮਹਾਰਾਜ ਨੌਵੇਂ ਪਾਤਸ਼ਾਹ ਨੇ ਮਾਤਾ ਜੀ ਨੂੰ ਕਿਹਾ ਸੀ ਇਹ ਜੋ ਕਰਨਗੇ ਦੁਨੀਆ ਦੇ ਭਲੇ ਲਈ ਕਰਨਗੇ, ਤੁਸੀਂ ਇਹਨਾਂ ਦੇ ਕੰਮ 'ਚ ਕਦੇ ਦਖਲ ਨਹੀਂ ਦੇਣਾ। ਜੇ ਤੁਸੀਂ ਦਖਲ ਦਿਓਗੇ ਤੁਹਾਡਾ ਨੁਕਸਾਨ ਹੋ ਜਾਊਗਾ। ਇਹ ਜੋ ਕਰਨਗੇ ਸੋ ਠੀਕ ਕਰਨਗੇ। ਕਹਿੰਦੇ ਜਦੋਂ ਮਸੰਦ ਜਾਂ ਹੋਰ ਲੋਕ ਇਕੱਠੇ ਹੋ ਕੇ ਮਾਤਾ ਜੀ ਕੋਲ ਗਏ ਸੀ, ਉਸ ਵਕਤ ਮਾਤਾ ਜੀ ਦਾ ਇਹੀ ਜਵਾਬ ਸੀ ਕਿ ਇਹ ਜੋ ਕਰਦੇ ਨੇ ਠੀਕ ਕਰਦੇ ਨੇ, ਮੈਂ ਦਖਲ ਨਹੀਂ ਦੇਣਾ। ਹਾਂ, ਇਹ ਤੁਹਾਡੀ ਗੱਲ ਮੈਂ ਕਹਿ ਜ਼ਰੂਰ ਦਿੰਦੀ ਹਾਂ ਮਹਾਰਾਜ ਨੂੰ ਕਿ ਸੰਗਤ ਇਉਂ ਬੇਨਤੀ ਕਰਦੀ ਹੈ, ਸਿੰਘ ਇਉਂ ਕਹਿੰਦੇ ਨੇ, ਪਰ ਮੈਂ ਮਹਾਰਾਜ ਸੱਚੇ ਪਾਤਸ਼ਾਹ ਦੇ ਕਿਸੇ ਕੰਮ 'ਚ ਦਾਖਲ ਨਹੀਂ ਦੇਣਾ, ਕਿਉਂਕਿ ਮੈਨੂੰ ਨੌਵੇਂ ਪਾਤਸ਼ਾਹ ਦਾ ਹੁਕਮ ਹੈ ਕਿ ਇਹ ਜੋ ਕਰਨਗੇ ਸੋ ਠੀਕ ਕਰਨਗੇ ਬਸ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਸਾਰਿਆਂ ਨਾਲ ਜਿਹੜੀ ਸ੍ਰੇਸ਼ਟ ਗੱਲ ਹੈ ਉਹ ਹੈ ਕਿ ਸਾਡੇ ਸਤਿਗੁਰੂ ਪੂਰੇ ਨੇ। ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਉਹ 40 ਸਿੰਘ ਨੇ ਜਿਨ੍ਹਾਂ ਨੇ ਮਰਨ ਜੀਵਨ ਪ੍ਰਭ ਨਾਲ ਹੀ ਗਿਣਿਆ ਕਿ ਮਹਾਰਾਜ ਨੇ ਬੜਾ ਕਿਹਾ ਤੁਸੀਂ ਵੀ ਲਿਖ ਦਿਓ ਬਦਾਵਾ, ਤੁਸੀਂ ਵੀ ਚਲੇ ਜਾਓ। ਕਹਿੰਦੇ ਨਹੀਂ ਮਹਾਰਾਜ, ਅਸੀਂ ਤਾਂ ਮਰਨਾ ਤੁਹਾਡੇ ਚਰਨਾਂ 'ਚ ਹੀ, ਜਿਉਣਾ ਵੀ ਇੱਥੇ ਹੀ। ਚਮਕੌਰ ਦੀ ਗੜੀ ਵਿੱਚ ਜਦੋਂ ਪਹੁੰਚ ਕੇ ਸਾਰੇ ਨੇ ਆਪਣੇ ਮੋਰਚੇ ਸੰਭਾਲ ਲਏ ਤਾਂ ਵੀ ਸਤਿਗੁਰੂ ਨੇ ਉੱਚੀ ਆਵਾਜ਼ ਵਿੱਚ ਕਿਹਾ ਸਿੰਘੋ ਹੁਣ ਮੌਕਾ ਜਿਹਨੇ ਜਾਣਾ ਆਪਣੇ ਘਰ ਜਾ ਸਕਦਾ। ਖੁੱਲੀ ਛੁੱਟੀ ਹੈ, ਮੈਂ ਖੁਸ਼ੀ ਨਾਲ ਕਹਿਣਾ, ਮੇਰੀ ਕੋਈ ਨਾਰਾਜ਼ਗੀ ਨਹੀਂ ਪਾਈ। ਤਾਂ ਵੀ 40 ਨੇ ਕਿਹਾ ਨਹੀਂ ਮਹਾਰਾਜ, ਜਿਉਣਾ ਵੀ ਇੱਥੇ ਹੀ ਹੈ, ਮਰਨਾ ਵੀ ਇੱਥੇ ਹੀ ਹੈ। ਤਾਂ ਮਹਾਰਾਜ ਬੜੇ ਖੁਸ਼ ਹੋਏ ਸੀ ਕਿ ਸਿੰਘਾਂ ਨੇ ਸਾਡਾ ਸਾਥ ਨਹੀਂ ਇਹਨਾਂ ਨੇ ਛੱਡਿਆ। ਤਾਂ ਲਿਖਦੇ ਨੇ ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਐ ਤਾਂ ਕਹਿੰਦੇ ਨੇ ਕੇਤੀ ਨਾਰਵਰ ਏਕ ਸੰਭਾਲ। ਐ ਤਾਂ ਕਿੰਨੀਆਂ ਜੀਵ ਰੂਪ ਇਸਤਰੀਆਂ ਵਾਹਿਗੁਰੂ ਨੂੰ ਯਾਦ ਕਰਦੀਆਂ ਨੇ, ਉਹ ਇੱਕ ਵੱਖਰੀ ਗੱਲ ਹੈ। ਇੱਕ ਇਹਨਾਂ ਦਾ ਪਰਨ ਹੈ ਕਿ ਮਰਨਾ ਵੀ ਤੇਰੇ ਚਰਨਾਂ 'ਚ ਹੈ ਤੇ ਜਿਉਣਾ ਵੀ ਤੇਰੇ ਚਰਨਾਂ ਵਿੱਚ। ਉਹ ਗੁਰਮੁਖ ਕੋਈ ਕੋਈ ਲੱਭਦੇ ਨੇ। ਬਹਿ ਦਿਸ ਢੂੰਡ ਘਰੈ ਮਹਿ ਪਾਇਆ। 10 ਦਿਸ਼ਾ ਵਿੱਚ ਢੂੰਡ ਕੇ ਭਾਲ ਕੇ ਕਿੱਥੇ ਪਾਇਆ? ਹਿਰਦੇ ਰੂਪੀ ਘਰ ਵਿੱਚ ਹੀ ਪ੍ਰਾਪਤ ਕੀਤਾ। ਬਾਹਰ ਜਾਣ ਦੀ ਲੋੜ ਨਹੀਂ। ਤਾਹਿਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ। ਤੋਹੀ ਸੰਗ ਸਮਾਈ, ਪੋਹ ਮਦ ਜਮ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਮੇਲ ਭਇਆ, ਅਕਾਲ ਪੁਰਖ ਨਾਲ ਸਾਡਾ ਮੇਲ ਹੋ ਗਿਆ, ਆਤਮਾ ਤੇ ਪ੍ਰਮਾਤਮਾ ਦਾ। ਇਹ ਮੇਲ ਵਿਚਕਾਰ ਕਰਾਉਣ ਵਾਲਾ ਵਿਚੋਲਾ ਕੌਣ ਹੈ? ਸਤਿਗੁਰੂ ਮਿਲਾਇਆ। ਸਤਿਗੁਰੂ ਨੇ ਮਿਲਾਇਆ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ। ਆਤਮਾ ਇੱਕ ਪਾਸੇ ਪ੍ਰਮਾਤਮਾ, ਮੈਂ ਵਿਛੜਿਆ ਹੋਇਆ। ਹੁਣ ਵਿਚਕਾਰ ਏਡਾ ਵੱਡਾ ਸਮੁੰਦਰ ਹੈ ਮੇਰੇ ਤੇ ਪ੍ਰਮਾਤਮਾ ਦੇ ਵਿੱਚ, ਇਹਦੇ ਵਿਚਕਾਰ ਪੁਲ ਕਿਹੜਾ ਹੈ? ਵਾਹਿਗੁਰੂ ਤੇ ਜੀਵ ਆਤਮਾ ਨੂੰ ਮਿਲਾਉਣ ਦਾ ਕਾਰਜ ਕੌਣ ਕਰਦਾ? ਉਹ ਕਰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ। ਹੁਣ ਆਪਾਂ ਨੂੰ ਮਿਲਾਉਣਾ ਵਾਹਿਗੁਰੂ ਮੰਤਰ ਨੇ ਹੈ। ਵਾਹਿਗੁਰੂ 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 ਰਾਤ ਦਿਨ ਕਰਨਾ। ਆਪ ਗੁਰੂ ਨਾਨਕ ਦੇਵ ਜੀ ਹੁਣ 22ਵੀਂ ਪੌੜੀ 'ਚ ਦੱਸਦੇ ਨੇ, ਗੁਰਮੁਖ ਗਾਵੈ ਗੁਰਮੁਖ ਬੋਲੈ। ਜਿਹੜੇ ਗੁਰੂ ਦੇ ਸਨਮੁਖ ਰਹਿ ਗਏ, ਗੁਰਮੁਖ ਮਰਨ ਜੀਵਨ ਪ੍ਰਭ ਨਾਲ ਜਿਨ੍ਹਾਂ ਦਾ ਹੈ ਨਾ, ਉਹ ਗੁਰਮੁਖ ਨੇ।
ਉਹ ਗੁਰਮੁਖ ਗਾਉਂਦੇ ਨੇ ਬਾਣੀ ਨੂੰ, ਬੋਲਦੇ ਨੇ ਬਾਣੀ ਨੂੰ, ਪੜ੍ਹਦੇ ਨੇ ਬਾਣੀ ਨੂੰ, ਨਾਮ ਨੂੰ ਬੋਲਦੇ ਨੇ। ਗੁਰਮੁਖ ਤੋਲ, ਗੁਰਮੁਖ ਆਪਣੇ ਬੁੱਧੀ ਰੂਪੀ ਤਰਾਜੂ ਵਿੱਚ ਤੋਲਦੇ ਨੇ। ਬੁੱਧੀ ਰੂਪ ਤਰਾਜੂ ਲੈ ਕੇ ਵਿਚਾਰ ਦਾ ਵੱਟਾ ਪਾ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਤੋਲਦੇ ਨੇ। ਭਾਵ ਤੋਲਣ ਦਾ ਅਰਥ ਹੈ ਉਹਦੀ ਵਿਚਾਰ ਕਰਦੇ ਨੇ ਜਿੰਨਾ ਕਰ ਸਕਦੇ ਨੇ। ਗੁਰਮੁਖ ਤੋਲ ਤੁਲਾਵੈ ਤੋਲੈ, ਆਪ ਤੋਲਦੇ ਨੇ ਤੇ ਦੂਜਿਆਂ ਤੋਂ ਤੁਲਾਉਂਦੇ ਨੇ। ਦੂਜਿਆਂ ਨੂੰ ਵੀ ਕਹਿੰਦੇ ਨੇ ਕਿ ਭਾਈ ਵਾਹਿਗੁਰੂ ਬਾਰੇ ਵਿਚਾਰ ਜ਼ਰੂਰ ਕਰੋ। ਬੁੱਧੀ ਰੂਪ ਤੱਕੜੀ ਦੇ ਉੱਤੇ ਦੇਖੋ ਵਿਚਾਰ ਕਰਕੇ, ਵਿਚਾਰ ਦਾ ਵੱਟਾ ਪਾ ਕੇ ਇੱਕ ਪਾਸੇ, ਬੁੱਧੀ ਰੂਪ ਤਰਾਜੂ ਦੇ ਇੱਕ ਪੱਲੇ 'ਚ ਵਿਚਾਰ ਦਾ ਵੱਟਾ ਪਾ ਕੇ ਤੋਲਣਾ ਤਾਂ ਕਰੋ। ਵਾਹਿਗੁਰੂ ਕਿੰਨਾ ਕੁ ਵੱਡਾ, ਉਹਦੇ ਗੁਣਾਂ ਨੂੰ ਤਾਂ ਦੇਖੋ। ਗੁਰਮੁਖ ਆਵੈ ਜਾਏ ਨਿਸੰਗ, ਗੁਰਮੁਖ ਜਿਹੜੇ ਬੰਧਨ ਤੋਂ ਮੁਕਤ ਹੋ ਕੇ ਆਉਂਦੇ ਜਾਂਦੇ ਨੇ ਨਿਸੰਗ। ਸੱਚਖੰਡ 'ਚ ਬੈਠੇ ਨੇ, ਇਹ ਤਾਂ ਘੁੰਮਦੇ ਹੀ ਰਹਿੰਦੇ ਨੇ। ਸੋ ਜਿਵੇਂ ਕਿਸੇ ਬ੍ਰਹਮ ਗਿਆਨੀ ਨੂੰ ਮੈਂ ਰਾਤ ਨੂੰ ਬੈਠੇ ਇਕੱਲੇ ਬਚਨ ਕਰਦੇ, ਮੈਂ ਕਿਹਾ ਜੀ ਸੱਚਖੰਡ ਕਿੰਨੀ ਮੌਜ ਹੋਵੇਗੀ। ਕਹਿੰਦੇ ਇੱਕੋ ਜਿਹੀ ਲੱਗਦੀ ਮੈਨੂੰ ਤਾਂ, ਮੈਂ ਤਾਂ ਇੱਥੇ ਵੀ ਉਹੋ ਜਿਹੀ ਬੈਠਾ, ਉੱਥੇ ਵੀ ਉਹੋ ਜਿਹੀ ਹੁੰਦਾ। ਮੈਂ ਕਿਹਾ ਤੁਹਾਡੇ ਲਈ ਹੋਵੇਗਾ, ਸਾਨੂੰ ਤੇ ਆਉਂ। ਕਹਿੰਦੇ ਨਹੀਂ, ਜਦੋਂ ਮਨ ਦੀ ਇਕਾਗਰਤਾ ਹੋ ਜਾਂਦੀ ਹੈ ਤਾਂ ਇੱਥੇ ਹੀ ਸੱਚਖੰਡ ਬਣ ਜਾਂਦਾ ਹੈ। ਜਿਹਦੇ ਮਨ ਦੀ ਇਕਾਗਰਤਾ ਨਹੀਂ ਹੁੰਦੀ ਉਹ ਇੱਥੇ ਭਟਕਣ ਲੱਗ ਜਾਂਦਾ। ਕਹਿੰਦੇ ਹੁਣ ਸਾਡੇ ਲਈ ਇੱਕੋ ਹੀ ਗੱਲ ਹੁੰਦੀ ਆ, ਇੱਥੇ ਵੀ ਬੈਠੇ ਆ ਤਾਂ ਵੀ ਸੱਚਖੰਡ ਹੀ ਹੈ, ਉੱਥੇ ਵੀ ਸੱਚਖੰਡ 'ਚ ਇੱਕੋ ਜਿਹੀ ਦਸ਼ਾ ਹੋ ਜਾਂਦੀ। ਬ੍ਰਹਮ ਗਿਆਨੀ ਦੀ ਸਰੀਰ ਦੇ ਛੱਡਣ ਤੋਂ ਬਾਅਦ ਵੀ ਇਸ ਤਰ੍ਹਾਂ ਹੀ ਰਹਿੰਦੇ ਨੇ। ਇਹ ਇੱਥੇ ਵੀ ਆਈ ਜਾਂਦੇ ਨੇ, ਉੱਥੇ ਵੀ ਜਾਈ ਜਾਂਦੇ ਨੇ। ਗੁਰਮੁਖ ਆਵਾ ਜਾਏ ਨਿਸੰਗ, ਆਪਣੇ ਲਈ ਕਿੰਨਾ ਔਖਾ ਕਿ ਸੱਚਖੰਡ ਦਾ ਦਰਵਾਜ਼ਾ ਹੀ ਨਹੀਂ ਖੁੱਲਦਾ ਹੈ। ਤੇ ਗੁਰਮੁਖਾਂ ਲਈ ਕੋਈ ਰਸਤੇ 'ਚ ਰੁਕਾਵਟ ਹੀ ਨਹੀਂ। ਜਦੋਂ ਜੀ ਕਰੇ ਆਉਣ, ਜਦੋਂ ਜੀ ਕਰੇ ਚਲੇ ਜਾਣ, ਜਦੋਂ ਜੀ ਕਰੇ ਜਨਮ ਵੀ ਲੈ ਲੈਂਦੇ ਨੇ ਜੇ ਇਹਨਾਂ ਦੇ ਮਨ 'ਚ ਤਰਸ ਆ ਜੇ। ਕਹਿੰਦੇ ਸਾਨੂੰ ਉੱਥੇ ਬੈਠਿਆਂ ਨੂੰ ਸੱਚਖੰਡ 'ਚ ਸਾਰਾ ਕੁਝ ਹੀ ਸੁਣਦਾ ਹੁੰਦਾ। ਉਹ ਇਹ ਦੁਨੀਆ ਬਾਰੇ ਸਾਰੀਆਂ ਗੱਲਾਂ ਕਰਦੇ, ਜਿਵੇਂ ਆਪਾਂ ਕਿਸੇ ਬਾਹਰਲੇ ਦੇਸ਼ ਵਿੱਚ ਕੋਈ ਗੱਲ ਹੁੰਦੀ ਆਪਾਂ ਨੂੰ ਪਤਾ ਲੱਗ ਜਾਂਦਾ, ਅਖਬਾਰਾਂ 'ਚ ਆਉਂਦਾ ਵੀ ਉੱਥੇ ਸਿਨੇਮੇ ਨੂੰ ਘੇਰਾ ਪਾ ਲਿਆ, 1000 ਬੰਦਾ ਉੱਥੇ ਬੰਦਕ ਬਣਾ ਲਿਆ, ਫਿਰ ਛੁਡਾ ਲਿਆ। ਦੂਜੇ ਦੇਸ਼ ਵੀ ਕਹਿੰਦੇ ਕਰੀਏ ਮਦਦ ਕੋਈ। ਕਹਿੰਦੇ ਆਓ ਸੱਚਖੰਡ ਵਿੱਚ ਬੈਠਿਆਂ ਸਾਨੂੰ ਸਾਰੀ ਦੁਨੀਆ ਦਿਖਦੀ ਹੁੰਦੀ ਹੈ। ਪਰ ਜਦੋਂ ਦੇਖਦੇ ਆ ਵੀ ਦੁਨੀਆ ਬਾਹਲੀ ਤੰਗ ਹੈ, ਬਹੁਤੀ ਤੰਗ, ਫਿਰ ਇੱਕ ਦੂਜੇ ਨੂੰ ਕਹਿੰਦੇ ਕਿਉਂ ਵੀ ਜਾਇਆ, ਤੂੰ ਜਾਇਆ। ਉਹ ਕਹਿੰਦੇ ਚਲੋ ਠੀਕ ਹੈ ਮੈਂ ਜਾਣਾ, ਲਾਇਆ ਉਹਨਾਂ 50 ਸਾਲ, ਫਿਰ ਜ਼ਿਆਦਾ ਟਾਈਮ ਨਹੀਂ ਲਾਉਣਾ ਮੈਂ, ਚਲੋ ਚੰਗਾ 50 ਸਾਲ ਹੀ ਲਾਇਆ ਦੁਨੀਆ 'ਚ। ਕਹਿੰਦੇ ਫਿਰ ਅਸੀਂ ਜਨਮ ਲੈ ਲੈਂਦੇ ਹਾਂ। ਜਨਮ ਲੈ ਕੇ ਕਿੰਨੀ ਦੁਨੀਆ ਦਾ ਭਲਾ ਕਰਕੇ ਜਦ ਚਿੱਤ 'ਚ ਆਵੇ ਜਾਣਾ, ਜਦੇ ਸਰੀਰ ਛੱਡ ਜਾਂਦੇ ਆ, ਕਿਉਂਕਿ ਅਸੀਂ ਕਿਹੜਾ ਲੇਖਾਂ 'ਚ ਹੁੰਦੇ ਆ। ਕਿਉਂ ਮਹਾਰਾਜ ਕਹਿੰਦੇ ਗੁਰਮੁਖ ਆਵੇ ਜਾਏ ਨਿਸੰਗ, ਗੁਰਮੁਖ ਜਿੱਥੇ ਜੀ ਕਰੇ ਆਵੇ ਜਾਏ ਨਿਸੰਗ, ਕਿਉਂਕਿ ਉਹ ਬੰਧਨਾਂ ਤੋਂ ਰਹਿਤ ਹੋ ਗਿਆ। ਉਹ ਜੀ ਕਰੇ ਸੱਚਖੰਡ ਚੱਲ ਜਾਂਦੇ ਆ, ਜੀ ਕਰੇ ਆ ਸਵਰਗਾਂ ਨੂੰ ਚਲੇ ਜਾਂਦੇ ਆ, ਜੀ ਕਰੇ ਰਾਜਾ ਜਨਕ ਨਰਕਾਂ ਨੂੰ ਚਲੇ ਗਏ। ਧਰਮ ਰਾਜੇ ਤੋਂ ਸਾਰੇ ਨਰਕ ਹੀ ਖਾਲੀ ਕਰਵਾ ਲਏ। ਇਉਂ ਗੁਰਮੁਖ ਬਣ ਕੇ ਦੇਖੋ, ਮਹਾਰਾਜ ਕਹਿੰਦੇ ਤੁਹਾਨੂੰ ਵੀ ਨਿਸੰਗ ਹੀ ਜਿੱਧਰ ਮਰਜ਼ੀ ਚਲੇ ਜਾਓ, ਕੋਈ ਤੁਹਾਨੂੰ ਰੁਕਾਵਟ ਨਹੀਂ ਕਿਸੇ ਪਾਸੇ। ਪਰ ਹਰ ਮੈਲ, ਮੈਲ ਨੂੰ ਪਰ ਹਰ ਵਿਸ਼ੇਸ਼, ਪਰ ਹੁੰਦਾ ਵਿਸ਼ੇਸ਼ ਕਰਕੇ ਹਰ ਨਾਸ ਕਰਨਾ। ਉਹ ਆਪਣੇ ਅੰਦਰੋਂ ਅਵਿਦਿਆ ਦੀ ਮੈਲ ਨੂੰ ਨਾਸ ਕਰਦੇ ਨੇ। ਜਲਾਏ ਕਲੰਕ, ਜਿਹੜਾ ਕਲੰਕ ਹੁੰਦਾ ਅਗਿਆਨ, ਅਗਿਆਨ ਨੂੰ ਜਲਾ ਦਿੰਦੇ ਨੇ। ਗੁਰਮੁਖ ਨਾਦ ਵੇਦ ਵਿਚਾਰ, ਜਿਹੜੀ ਵਿਚਾਰ ਰੱਬ ਦੀ ਕਰਦੇ ਨਾ ਗੁਰਮੁਖ, ਉਹਨਾਂ ਲਈ ਉਹੀ ਨਾਦ ਹੈ, ਉਹੀ ਵੇਦ ਹੈ, ਸਭ ਕੁਝ ਉਹਨਾਂ ਲਈ। ਤੇ ਕਿਉਂਕਿ ਸ਼੍ਰੋਮਣੀ ਗੱਲ ਤਾਂ ਲਾਸਟ ਇੱਕੋ ਹੀ ਆ ਜਾਣੀ ਹੈ। ਸਾਰਾ ਤੱਤ ਕੱਢ ਕੇ ਇੱਕੋ ਹੀ ਦੇਖਿਆ, ਜਿਵੇਂ ਨਿਚੋੜ ਦੀ ਗੱਲ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਜਿਵੇਂ ਮਸਤੂਆਣੇ ਸਾਹਿਬ ਦਾ ਨੀਂਹ ਪੱਥਰ ਜਾ ਰੱਖਿਆ, ਉਹਨਾਂ ਦੇ ਪਿੰਡ ਦਾ ਹੀ ਜੋਤਸ਼ੀ ਸੀ, ਬਹੁਤ ਵਧੀਆ ਤਕੜਾ ਜੋਤਸ਼ੀ ਸੀ। ਬਾਬਾ ਜੀ ਸਲਾਹ ਤਾਂ ਕਰ ਲੈਂਦੇ ਤੁਸੀਂ, ਆਪਾਂ ਚੰਗਾ ਜਿਹਾ ਮਹੂਰਤ ਦੇਖਦੇ ਜੇ ਸਥਾਨ ਹੀ ਬਣਾਉਣਾ ਸੀ। ਮਹਾਂਪੁਰਸ਼ ਕਹਿੰਦੇ ਹਲੇ ਵੀ ਲੋੜ ਹੈ ਸਾਨੂੰ, ਗੁਰਮੁਖਾਂ ਨੂੰ ਨਹੀਂ ਲੋੜ ਹੁੰਦੀ। ਚੰਗਾ ਜਾ ਤੂੰ ਇਉਂ ਕਰ, ਆਪਣੇ ਘਰ ਜਾ ਕੇ ਵਿਚਾਰ ਕਰ ਲੈ, ਅੱਜ ਫਲਾਨਾ ਦਿਨ ਹੈ ਔਰ ਫਲਾਨਾ ਇਸ ਤਰ੍ਹਾਂ ਤਰੀਕ ਹੈ, ਸਵੇਰੇ ਸੂਰਜ ਦੀ ਟਿੱਕੀ ਚੜ੍ਹਦਿਆਂ ਹੀ ਅਸੀਂ ਨੀਂਹ ਪੱਟੀ ਸੀ, ਜਾਂ ਮਹੂਰਤ ਵਿਚਾਰ ਲਾ ਆਪਣਾ।
ਜਾਂ ਘਰ ਜਾ ਕੇ ਉਹ ਘੰਟੇ ਕੁ ਬਾਅਦ ਦੌੜੇ ਹੀ ਆਇਆ, ਬੜਾ ਖੁਸ਼ ਹੈ। ਕਹਿੰਦਾ ਮਹਾਰਾਜ ਤੁਸੀਂ ਧੰਨ ਹੋ। ਕਹਿੰਦੇ ਭਾਈ ਕੀ ਦੇਖਿਆ? ਕਹਿੰਦੇ ਇੰਨਾ ਸੋਹਣਾ ਮਹੂਰਤ ਮੈਂ ਕਦੇ ਦੇਖਿਆ ਹੀ ਨਹੀਂ ਜਿਸ ਮਹੂਰਤ ਤੇ ਤੁਸੀਂ ਇਹ ਸ਼ੁਰੂ ਕੀਤਾ ਕਾਰਜ। ਕਹਿੰਦਾ ਮਹਾਰਾਜ ਉਦੋਂ 10 ਸਰੂਪ ਇੱਥੇ ਹਾਜ਼ਰ ਸੀ ਗੁਰਾਂ ਦੇ, 33 ਕਰੋੜ ਦੇਵਤਾ ਆਪ ਹਾਜ਼ਰ ਸੀ। ਬੜਾ ਸੋਹਣਾ ਮਹੂਰਤ ਸੀ। ਇਸ ਕਰਕੇ ਕੁਝ ਲੋਕ ਤੇ ਮਹੂਰਤ ਦੇ ਪਿੱਛੇ ਭੱਜਦੇ ਨੇ ਕਿ ਅਸੀਂ ਮਹੂਰਤ ਕਢਾਉਣਾ ਹੈ। ਮਹੂਰਤ ਗੁਰਮੁਖਾਂ ਦੇ ਪਿੱਛੇ ਭੱਜਦਾ। ਉਹ ਗੁਰਮੁਖੋ ਮੈਂ ਸ਼ੁਭ ਸ਼ੁਭ ਤੁਹਾਡੇ ਮਗਰ ਤੁਰਿਆ ਫਿਰਦਾ। ਨਾਮ ਜਪਣ ਵਾਲਿਆਂ ਲਈ ਤਾਂ ਜੇ ਨਾ ਵੀ ਮਹੂਰਤ ਹੋਵੇ ਤਾਂ ਵੀ ਮਹੂਰਤ ਬਣ ਜਾਂਦਾ। ਨਾਮ ਦੀ ਤਾਂ ਇੰਨੀ ਸ਼ਕਤੀ ਹੈ ਕਿ ਆਪਣੇ ਆਪ ਹੀ ਸਾਰੇ ਸਮੇਂ ਹੀ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਮਹਾਰਾਜ ਕਹਿੰਦੇ ਮੇਰੇ ਵੱਲੋਂ ਤੇ ਗੁਰਮੁਖਾਂ ਨੂੰ ਖੁੱਲੀ ਛੁੱਟੀ ਹੈ, ਉਹਨਾਂ ਦਾ ਸਾਰਾ ਕੁਝ ਆਪਣੇ ਆਪ ਹੀ ਠੀਕ ਹੋ ਜਾਂਦਾ। ਗੁਰਮੁਖ ਮੱਜਨ ਚੱਜ ਆਚਾਰ। ਗੁਰਮੁਖਾਂ ਦਾ ਜਿਹੜਾ ਮੱਜਨ ਕਰਨਾ ਹੈ, ਮੱਜਨ ਹੁੰਦਾ ਪੁਰਬ ਦਾ ਇਸ਼ਨਾਨ ਵਿਸ਼ੇਸ਼। ਗੁਰਮੁਖਾਂ ਦਾ ਜਿਹੜਾ ਚੱਜ ਤੇ ਆਚਰਣ, ਇਹ ਸਾਰੀਆਂ ਚੀਜ਼ਾਂ ਉੱਚੀਆਂ ਹੀ ਹੁੰਦੀਆਂ ਉਹਨਾਂ ਦੀਆਂ। ਉਹਨਾਂ ਦਾ ਉੱਚਾ ਆਚਰਣ ਹੀ ਉਹਨਾਂ ਦਾ ਸੁੱਧ ਇਸ਼ਨਾਨ ਹੈ। ਇਸ਼ਨਾਨ ਦੀ ਲੋੜ ਤਾਂ ਉਹਨੂੰ ਪੈਂਦੀ ਜਿਹੜਾ ਮੈਲਾ। ਜਿਹਦਾ ਆਚਰਣ ਪਹਿਲਾਂ ਹੀ ਬੜਾ ਉੱਚਾ ਹੈ ਉਹਨੂੰ ਇਸ਼ਨਾਨ ਦੀ ਲੋੜ ਹੀ ਨਹੀਂ ਪੈਂਦੀ। ਸਾਧ ਭਲੇ ਅਣਨਹਾਤਿਆਂ ਚੋਰ ਸੇ ਚੋਰਾ ਚੋਰ। ਮਹਾਰਾਜ ਕਹਿੰਦੇ ਉਹ ਨਹਾਉਣ ਦੀ ਲੋੜ ਨਹੀਂ ਗੁਰਮੁਖਾਂ ਨੂੰ। ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ। ਗੁਰਮੁਖਾਂ ਲਈ ਸਾਰਿਆਂ ਨਾਲੋਂ ਸ੍ਰੇਸ਼ਟ ਕਿਹੜੀ ਚੀਜ਼ ਹੈ? ਸ਼ਬਦ ਅੰਮ੍ਰਿਤ, ਅੰਮ੍ਰਿਤ ਰੂਪੀ ਸ਼ਬਦ। ਇਹ ਉਹ ਸਾਰਿਆਂ ਨਾਲੋਂ ਸ੍ਰੇਸ਼ਟ ਮੰਨਦੇ ਨੇ। ਨਾਮ ਨੂੰ, ਨਾਮ ਤੇਰਾ ਦੀਵਾ, ਨਾਮ ਤੇਰਾ ਬਾਤੀ, ਨਾਮ ਤੇਰਾ ਤੇਲ ਲੈ ਮਾਹੇ ਪਸਾਰੇ। ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ। ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ ਭਾਰ 18 ਹੈ ਸਗਲ ਜੂ ਠਾਰੇ। ਤੇਰੋ ਕੀਆ ਤੁਝੈ ਕਿਆਰ ਪਾਉ, ਨਾਮ ਤੇਰਾ ਤੂੰ ਹੀ ਚਬਟਲ ਟੋਲਾਰੇ। ਗੁਰਮੁਖਾਂ ਲਈ ਸਾਰੀਆਂ ਚੀਜ਼ਾਂ ਤਾਂ ਨਾਮ ਹੀ ਬਣ ਜਾਂਦੀਆਂ ਨੇ। ਨਾਨਕ ਗੁਰਮੁਖ ਪਾਵੈ ਪਾਰ। ਗੁਰਮੁਖ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ। ਗੁਰਮੁਖ ਪਰੇ ਵੀ ਚਲੇ ਜਾਂਦੇ ਨੇ, ਗੁਰਮੁਖ ਇੱਧਰ ਨੂੰ ਵੀ ਆ ਜਾਂਦੇ ਨੇ, ਕਿਉਂਕਿ ਆਪਣੀ ਬਿਰਤੀ ਗੁਰਮੁਖਾਂ ਵਾਲੀ ਬਣੀ ਨਹੀਂ। ਇਸ ਕਰਕੇ ਜਦ ਤੱਕ ਗੁਰਮੁਖ ਇੱਕ ਪਦਵੀ ਹੈ ਅਸਲ ਵਿੱਚ। ਇਹ ਜਿਹੜੀ ਗੁਰਮੁਖ ਦੀ ਗੱਲ ਕਰਦੇ ਨੇ ਨਾ, ਆਮ ਤੌਰ ਤੇ ਆਪਾਂ ਇੱਕ ਅੱਖਰ ਵਰਤਦੇ ਹਾਂ ਬ੍ਰਹਮ ਗਿਆਨੀ। ਇੱਕ ਬ੍ਰਹਮ ਗਿਆਨ ਦੇ ਵਿੱਚ ਸੰਪੂਰਨਤਾ ਆਉਂਦੀ ਅਖੀਰ ਤੇ ਉਹਨੂੰ ਕਹਿੰਦੇ ਨੇ ਗੁਰਮੁਖ ਬ੍ਰਹਮ ਗਿਆਨੀ। ਉਹ ਕੋਈ ਬਣਦਾ ਹੈ। ਬ੍ਰਹਮ ਗਿਆਨ ਵਿੱਚ ਤਾਂ ਕਾਫੀ ਚਲੇ ਜਾਂਦੇ ਨੇ। ਜੇ 100 ਜਣਾ ਬ੍ਰਹਮ ਗਿਆਨ ਵਿੱਚ ਗਿਆ ਹੈ ਤਾਂ 1 ਜਾਂ 2 ਜਾਣੇ ਗੁਰਮੁਖ ਬ੍ਰਹਮ ਗਿਆਨੀ ਬਣਦੇ ਨੇ। ਇਹ ਵੀ ਗੱਲ ਦਾ ਨਿਰਣਾ ਗੁਰਮੁਖੀ ਦੱਸਦੇ ਨੇ ਕਿ ਸੰਪੂਰਨ ਬ੍ਰਹਮ ਗਿਆਨ ਜਿਹੜਾ ਮਾਇਆ ਦਾ ਪਰਦਾ ਤੋੜ ਕੇ ਇਸ ਤੋਂ ਉੱਪਰ ਨਿਕਲ ਜਾਂਦਾ, ਉਹਨੂੰ ਗੁਰਮੁਖ ਬ੍ਰਹਮ ਗਿਆਨੀ ਕਹਿੰਦੇ ਨੇ। ਕਿਉਂਕਿ ਮਾਇਆ ਤਾਂ ਅੰਤ ਤੱਕ ਪਿੱਛਾ ਨਹੀਂ ਛੱਡਦੀ ਹੈ। ਬ੍ਰਹਮ ਗਿਆਨ ਹੋਣ ਤੇ ਵੀ ਮਾਇਆ ਹਲੇ ਪਿੱਛਾ ਨਹੀਂ ਛੱਡਦੀ। ਹਲੇ ਸਿਰਫ ਇੱਕ ਮਾਇਆ ਦਾ ਪਰਦਾ ਪਾਰ ਕਰਨਾ ਹੁੰਦਾ। ਉਹ ਸਾਰਿਆਂ ਤੋਂ ਉੱਪਰ ਬ੍ਰਹਮ ਗਿਆਨ ਵਿੱਚ ਨਿਪੁੰਨਤਾ ਆ ਜਾਂਦੀ ਜਦੋਂ ਵਾਹਿਗੁਰੂ ਦਾ ਰੂਪ ਹੀ ਹੋ ਜਾਂਦਾ ਹੈ। ਉਹ ਬ੍ਰਹਮ ਗਿਆਨੀ ਜਿਨ੍ਹਾਂ ਤੋਂ ਮਾਇਆ ਡਰਦੀ ਹੈ ਆਪ। ਗੁਰਮੁਖ ਕੋਈ ਗਾਰਡੋ ਜਿਨ ਮਲ ਦਾ ਲਾਈ ਪਾਏ। ਨਹੀਂ ਤਾਂ ਬ੍ਰਹਮ ਗਿਆਨੀਆਂ ਨਾਲ ਵੀ ਕਲੋਲ ਕਰ ਜਾਂਦੀ ਹੈ। ਥੱਲੇ ਦੀ ਅਵਸਥਾ ਵਿੱਚ ਕੁਛ ਨਾ ਕੁਛ ਚਮਤਕਾਰ ਅਜੇ ਤਾਂ ਕਰ ਹੀ ਜਾਂਦੀ ਹੈ ਉੱਥੇ ਵੀ। ਪਰ ਜਦੋਂ ਗੁਰਮੁਖ ਬ੍ਰਹਮ ਗਿਆਨੀ ਮਾਇਆ ਦੇ ਪਰਦੇ ਨੂੰ ਪਾੜ ਕੇ ਉੱਪਰ ਨਿਕਲ ਜਾਂਦੇ ਨੇ, ਉੱਥੇ ਜਾ ਕੇ ਸੰਪੂਰਨ ਸਵੱਛ ਬ੍ਰਹਮ ਗਿਆਨ, ਜਿੱਥੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਦੀ ਅਵਸਥਾ ਤੋਂ ਜਾਏ ਚੜੇ ਸਿੰਘਾਸਨ। ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ। ਕੋਈ ਨਾ ਸਕੈ ਪਛਾਨੀ। ਕਬੀਰ ਜੀ ਨੇ ਤਾਂ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੈ ਡਾਰੀ। ਉਹ ਹੈ ਭਗਤ, ਉਹ ਹੈ ਬ੍ਰਹਮ ਗਿਆਨ, ਗੁਰਮੁਖ ਬ੍ਰਹਮ ਗਿਆਨੀ। ਤਾਂ ਮਹਾਰਾਜ ਕਹਿੰਦੇ ਸੰਸਾਰ ਦੇ ਜੀਵ ਜਿਹੜੇ ਨੇ ਇਹਨਾਂ ਦੀ ਦਸ਼ਾ ਐਸੀ ਹੈ। ਇਹਨਾਂ ਦੀ ਦਸ਼ਾ 23ਵੀਂ ਪੌੜੀ 'ਚ ਕਥਨ ਕਰਦਿਆਂ ਕਹਿੰਦੇ ਨੇ ਚੰਚਲ ਚੀਤ ਨਾ ਰਹੇ ਠਾਏ। ਇਹ ਸੰਸਾਰੀ ਜੀਵਾਂ ਦੇ ਜਿਹੜੇ ਚਿੱਤ ਨੇ ਚੰਚਲ ਨੇ। ਇਹਨਾਂ ਦੇ ਮਨ ਕਦੇ ਟਿਕਦੇ ਨਹੀਂ, ਇੱਕ ਥਾਂ ਰਹਿੰਦੇ ਨਹੀਂ। ਕਦੇ ਉੱਥੇ ਚਲੇ ਜਾਂਦਾ, ਕਦੇ ਉੱਥੇ ਚਲੇ ਜਾਂਦਾ। ਇਹ ਕੀ ਕਰਦੇ ਨੇ? ਚੋਰੀ ਮਿਰਗ ਅੰਗੂਰੀ ਖਾਏ। ਕਹਿੰਦੇ ਅੰਗੂਰੀ ਹੁੰਦੀ ਜਦੋਂ ਫਸਲ ਬੀਜਦਾ ਜ਼ਿਮੀਂਦਾਰ, ਥੋੜੇ ਦਿਨਾਂ ਬਾਅਦ ਮਾੜੇ ਕਰੁੰਬਲੀਆਂ ਜਿਹੀਆਂ ਨਿਕਲਦੀਆਂ ਫਸਲ ਦੀਆਂ। ਬੜਾ ਸੋਹਣਾ ਲਹਿ ਕਰਦਾ ਘਾਹ ਜਿਹਾ ਨਿਕਲ ਆਉਂਦਾ ਅੰਦਰੋਂ।
ਰਾਤ ਨੂੰ ਮਿਰਗ ਸਾਰੀ ਉੱਪਰੋਂ ਚਰ ਜਾਂਦੇ ਨੇ, ਵਿਚਾਰਾ ਸਵੇਰੇ ਦੇਖਦਾ ਸਾਰਾ ਰੁੰਡ-ਮੁੰਡ ਹੋ ਗਿਆ। ਤਾਂ ਇਸੇ ਪ੍ਰਕਾਰ ਇਹ ਜੀਵ ਦਾ ਮਨ ਰੂਪੀ ਮਿਰਗ ਵਿਸ਼ਿਆਂ ਵਿਕਾਰਾਂ ਦੀ